ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਮੁੱਦਾ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਬੀੜਾ ਚੁੱਕਣਾ ਪੈਣਾ, ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਆ, ਆਪਣੀ ਜ਼ਿੰਮੇਵਾਰੀ ਸੰਭਾਲਣੀ ਪੈਣੀ ਆ, ਤਾਂ ਆਪਣੇ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਤੇ ਨਵੀਂ ਦਿਸ਼ਾ ਦੇਣੀ ਪੈਣੀ ਆ। ਦੁੱਲੋਵਾਲ ਸਾਹਿਬ ਸਾਬਕਾ ਪ੍ਰੈਜ਼ੀਡੈਂਟ ਪੰਜਾਬ ਕਾਂਗਰਸ, ਉਹਨਾਂ ਦਾ ਇੱਕ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਟਿਕਟਾਂ ਵੰਡੀਆਂ ਗਈਆਂ ਕਾਂਗਰਸ ਦੇ ਵਿੱਚ ਸਨ 2022 ਦੀਆਂ ਇਲੈਕਸ਼ਨਸ ਨੂੰ ਲੈ ਕੇ, ਉਹਦੇ ਵਿੱਚ ਘਪਲੇਬਾਜ਼ੀ ਹੋਈ ਹੈ। ਇੱਕ ਐਡੇ ਵੱਡੇ ਅਹੁਦੇਦਾਰ ਵੱਲੋਂ ਇਹ ਬਿਆਨ ਆਉਣਾ ਪੰਜਾਬ ਦੀ ਜਨਤਾ ਦਾ ਧਿਆਨ ਉਹਨਾਂ ਦੇ ਵੱਲ ਜ਼ਰੂਰ ਖਿੱਚਦਾ ਕਿ ਕਾਂਗਰਸ ਦੇ ਅੰਦਰ ਇਹ ਕਿਹੜੀ ਕ੍ਰਾਈਸਿਸ ਚੱਲਦੀ ਪਈ ਆ। ਕਿਉਂਕਿ ਅਸੀਂ ਦੇਖਦੇ ਹਾਂ ਕਿ ਅੱਜ ਵੀ ਵਰਗਾਂ ਦੇ ਉੱਤੇ, ਧਰਮਾਂ ਦੇ ਉੱਤੇ ਆਧਾਰਿਤ ਸਿਆਸਤ ਖੇਡੀ ਜਾ ਰਹੀ ਆ। ਕਿਸੇ ਵੇਲੇ BJP ਨੇ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਅੰਦਰ ਅਸੀਂ ਇੱਕ ਦਲਿਤ ਵਰਗ ਤੋਂ CM ਨੂੰ ਉਤਾਰਾਂਗੇ ਚੋਣ ਪ੍ਰਚਾਰ ਦੇ ਲਈ, ਚੋਣਾਂ ਦੇ ਮੈਦਾਨ ਦੇ ਵਿੱਚ CM ਬਣਨ ਦੇ ਲਈ। ਤਾਂ ਉਸ ਤੋਂ ਬਾਅਦ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੁੰਦਾ ਤਾਂ ਸਾਰੀਆਂ ਪਾਰਟੀਆਂ ਇਸ ਕਾਰਡ ਨੂੰ ਬਣਾਉਣ ਵੱਲ ਲੱਗ ਪਈਆਂ ਕਿ ਦਲਿਤ ਭਾਈਚਾਰੇ ਦੀ ਵੋਟ ਨੂੰ ਆਪਣੇ ਵੱਲ ਕਿਵੇਂ ਖਿੱਚਿਆ ਜਾਏ। ਉਹਨਾਂ ਦਾ ਮੁੱਦਾ ਇਹ ਨਹੀਂ ਕਿ ਦਲਿਤ ਭਾਈਚਾਰੇ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਨਾਲ ਕਿਵੇਂ ਨਜਿੱਠਿਆ ਜਾਵੇ, ਉਹ ਸਮੱਸਿਆਵਾਂ ਕਿਵੇਂ ਦੂਰ ਕੀਤੀਆਂ ਜਾਣ। ਕਿਉਂਕਿ ਅੱਜ ਵੀ ਅਸੀਂ ਦੇਖਦੇ ਹਾਂ ਅੱਤ ਗਰੀਬੀ ਦੇ ਵਿੱਚ ਰਹਿ ਰਹੇ ਨੇ ਕਈ ਲੋਕ। ਇੱਕ ਕਮਰੇ ਦਾ ਘਰ ਹੈ ਜਿਹਦੇ ਵਿੱਚ ਰਸੋਈ ਵੀ ਨਹੀਂ, ਜਿਹਦੇ ਵਿੱਚ ਬਾਥਰੂਮ ਵੀ ਨਹੀਂ। ਤਾਂ ਕਾਰੋਬਾਰ, ਰੋਜ਼ਗਾਰ ਉਹਦਾ ਇੱਕ ਆਪਣਾ ਹੀ ਸਿਲਸਿਲਾ ਹੈ, ਉਹ ਵੀ ਕੋਈ ਪੱਕਾ ਨਹੀਂ। ਤਾਂ ਉਹਨਾਂ ਮੁੱਦਿਆਂ ਦੀ ਬਜਾਏ ਸਿਰਫ ਲੁਭਾਉਣ ਵੱਲ ਲੱਗੇ ਹੋਏ ਨੇ ਕਿ ਕਿਵੇਂ ਇਹ ਵੋਟਾਂ ਆਪਣੇ ਵੱਲ ਖਰੀਆਂ ਕਰ ਲੀਆਂ ਜਾਣ। ਖੈਰ, ਆਪਾਂ ਅੱਗੇ ਵਧਦੇ ਹਾਂ ਕਿ BJP ਤਾਂ ਸ਼ੁਰੂ ਤੋਂ ਹੀ ਧਰੁਵੀਕਰਨ ਦੇ ਮਾਮਲੇ ਦੇ ਵਿੱਚ ਸਭ ਤੋਂ ਅੱਗੇ ਹੈ ਕਿ ਕਿਵੇਂ ਜ਼ਾਤਾਂ ਦੇ ਉੱਤੇ, ਕਿਵੇਂ ਵਰਗਾਂ ਦੇ ਉੱਤੇ ਰਾਜਨੀਤੀ ਖੇਡ ਕੇ ਆਪਣੀ ਸਰਕਾਰ ਬਣਾਈ ਜਾਵੇ। ਪਰ ਇਸ ਵਾਰ ਅਸੀਂ ਕਾਂਗਰਸ ਨੂੰ ਵੀ ਇਸੇ ਕਤਾਰ ਵਿੱਚ ਖੜੀ ਵੇਖਦੇ ਪਏ ਹਾਂ ਤੇ ਕੇਜਰੀਵਾਲ ਸਾਹਿਬ ਵੀ ਪਿੱਛੇ ਨਹੀਂ, ਉਹ ਵੀ ਇਸ ਕਾਰਡ ਨੂੰ ਬਣਾਉਣ ਲੱਗੇ ਹੋਏ ਨੇ। ਸੋ BJP ਦੀ ਜਿੱਥੋਂ ਤੱਕ ਕਾਰਜਸ਼ੈਲੀ ਦੀ ਅਸੀਂ ਗੱਲ ਕਰਦੇ ਹਾਂ ਕਿ ਕੁਝ ਸਮੇਂ ਬਾਅਦ ਸ਼ਾਇਦ ਮੋਦੀ ਸਾਹਿਬ ਵੀ, ਅਮਿਤ ਸ਼ਾਹ ਸਾਹਿਬ ਵੀ ਪੰਜਾਬ ਦੀ ਗੇੜੀ ਲਾਉਣਗੇ ਤੇ ਆਪਣੀਆਂ ਚੋਣਾਂ ਦਾ ਪ੍ਰਚਾਰ ਕਰਨਗੇ ਔਰ ਸਾਰੀ ਗੱਲਬਾਤ ਕਰਨਗੇ ਕਿ ਉਹਨਾਂ ਦੀ ਪਾਰਟੀ ਕੀ ਚਾਹੁੰਦੀ ਹੈ, ਪੰਜਾਬ ਨੂੰ ਨਵਾਂ ਰੂਪ ਕਿਹੜਾ ਦੇਣਾ ਚਾਹੁੰਦੀ ਹੈ। ਖੈਰ, ਉਹ ਜਦੋਂ ਆਉਣਗੇ ਉਦੋਂ ਅਸੀਂ ਉਹਨਾਂ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ। ਪਰ ਇਸ ਵਕਤ ਕੇਜਰੀਵਾਲ ਸਾਹਿਬ ਬਾਰੇ ਗੱਲਬਾਤ ਕਰਨੀ ਬਣਦੀ ਆ ਕਿ ਉਹਨਾਂ ਦੀ ਸੁਪਤਨੀ ਪੰਜਾਬ ਦੇ ਵਿੱਚ ਆ ਰਹੇ ਨੇ ਚੋਣ ਪ੍ਰਚਾਰ ਲਈ, ਆਪਣੀ ਪਾਰਟੀ ਦੇ ਲਈ। ਤਾਂ ਕਈ ਇੱਥੋਂ ਦੇ ਸਿਆਸੀ ਆਗੂ ਉਹਨਾਂ ਨੂੰ ਸਵਾਲ ਪੁੱਛਦੇ ਨੇ ਕਿ ਪਹਿਲਾਂ ਉਹ ਆਪਣੀ ਪੋਜੀਸ਼ਨ ਕਲੀਅਰ ਕਰਨ ਆਮ ਆਦਮੀ ਪਾਰਟੀ ਦੀ ਕਿ ਉਹਨਾਂ ਦਾ RSS ਨਾਲ ਕੀ ਲਿੰਕ ਹੈ, ਉਹਨਾਂ ਦੀ ਪਾਰਟੀ ਦਾ ਜਿਹੜੀ ਫੰਡਿੰਗ ਹੋ ਰਹੀ ਹੈ ਇਸ ਵਕਤ ਉਹਦਾ ਕੀ ਸੀਨ ਹੈ। ਤਾਂ ਇਸ ਤਰ੍ਹਾਂ ਦੀਆਂ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਜਿੱਥੋਂ ਤੱਕ ਕਿ ਇਹਨਾਂ ਚੋਣਾਂ ਦਾ ਸੰਬੰਧ ਹੈ। ਸੋ ਗੱਲ ਸਿਰਫ ਇਹ ਆ ਕਿ ਇੱਕ ਦੂਜੇ ਦੇ ਜਿਹੜੇ ਨੈਗੇਟਿਵ ਪੁਆਇੰਟਸ ਨੇ ਜਾਂ ਇੱਕ ਦੂਜੇ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹਨੂੰ ਕਿੱਦਾਂ ਉਜਾਗਰ ਕੀਤਾ ਜਾਵੇ ਤੇ ਪਬਲਿਕ ਦੇ ਸਾਹਮਣੇ ਲਿਆਂਦਾ ਜਾਵੇ। ਤੇ ਇੱਧਰ ਜੋ ਆਪਣੇ ਚੰਨੀ ਸਾਹਿਬ ਨੇ, ਉਹਨਾਂ ਦੇ ਪਰਿਵਾਰ ਵੱਲੋਂ ਵੀ ਇਹ ਸਟੇਟਮੈਂਟ ਆ ਰਹੀ ਹੈ ਕਿ ਚੰਨੀ ਸਾਹਿਬ ਬਾਰੇ ਵੀ ਕਈ ਗਲਤ ਗੱਲਾਂ ਬੋਲੀਆਂ ਗਈਆਂ, ਕਈ ਭਾਈਚਾਰਿਆਂ ਨੇ ਗਲਤ ਗੱਲਾਂ ਬੋਲੀਆਂ ਜੋ ਕਿ ਬਿਲਕੁਲ ਵੀ ਢੁਕਵੀਆਂ ਨਹੀਂ ਉਹਨਾਂ ਦੇ ਅਹੁਦੇ ਦੇ ਮੁਤਾਬਿਕ। ਸੋ ਜਿੱਥੇ ਆਪਾਂ ਸਿੱਧੂ ਸਾਹਿਬ ਦੀ ਗੱਲ ਕਰਦੇ ਹਾਂ ਕਿ ਉਹ ਹਮੇਸ਼ਾ ਇਹੀ ਗੱਲ ਕਰਦੇ ਨੇ ਕਿ ਇਹ ਜੋ ਸਾਰੀ ਰਾਜਨੀਤੀ ਹੈ ਇਸ ਵਕਤ ਇਲੈਕਸ਼ਨਸ ਦੀ, ਇਹ ਰਿਵਾਇਤੀ ਪਾਰਟੀਆਂ ਜਾਂ ਰਿਵਾਇਤ ਵਰਸਸ ਨਵੀਂ ਸੋਚ, ਬਦਲਾਓ, ਇੱਥੋਂ ਦੀ ਸਾਰੀ ਜਹਿਦ ਹੈ। ਦੋ ਧਿਰਾਂ 'ਚ ਵੰਡੀ ਹੋਈ ਹੈ ਸਾਰੀ ਦੀ ਸਾਰੀ ਸਿਆਸਤ। ਇੱਕ ਤਾਂ ਰਿਵਾਇਤੀ ਪਾਰਟੀਆਂ, ਇੱਕ ਦੂਜਾ ਜੋ ਬਦਲਾਓ ਚਾਹੁੰਦੀਆਂ ਨੇ। ਸੋ ਕਿਤੇ ਨਾ ਕਿਤੇ ਹੁਣ ਸਿੱਧੂ ਸਾਹਿਬ ਵੀ ਬਾਹਰ ਆ ਰਹੇ ਨੇ ਆਪਣੇ ਅੰਦਰ ਆਪਣੀ ਘੋਖ ਕਰਕੇ, ਤੇ ਉਹ ਵੀ ਕਹਿੰਦੇ ਨੇ ਕਿ ਜਦੋਂ ਉਹਨਾਂ ਨੂੰ ਕੋਈ ਗੱਲ ਪੁੱਛੀ ਜਾਂਦੀ ਹੈ ਬਈ ਇਹ ਮੇਰੀ ਜ਼ਿੰਮੇਵਾਰੀ ਨਹੀਂ, ਜਿਹਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨੇ ਡਿਲੀਵਰ ਕਰਨਾ ਹੈ, ਉਹਨੂੰ ਜਾ ਕੇ ਪੁੱਛੋ। ਮੈਂ ਤਾਂ ਆਪਣੇ ਕੰਮ ਉੱਤੇ ਫੋਕਸ ਆ ਜੋ ਮੇਰਾ ਕੰਮ ਹੈ। ਸੋ ਕਿਤੇ ਨਾ ਕਿਤੇ ਉਹ ਇਨਡਾਇਰੈਕਟਲੀ ਚੰਨੀ ਸਾਹਿਬ ਬਾਰੇ ਗੱਲ ਕਰ ਰਹੇ ਨੇ ਕਿ ਚੰਨੀ ਸਾਹਿਬ ਨੂੰ ਥਾਪਿਆ ਗਿਆ ਜਦੋਂ ਚਿਹਰਾ CM ਦਾ, ਤਾਂ ਉਹਨਾਂ ਨੂੰ ਜਾ ਕੇ ਪੁੱਛੋ, ਮੇਰੀ ਕੋਈ ਜ਼ਿੰਮੇਵਾਰੀ ਨਹੀਂ ਆ। ਤਾਂ ਆਪਾਂ ਗੱਲ ਕਰ ਰਹੇ ਸੀ ਦੁੱਲੋ ਸਾਹਿਬ ਦੀ, ਤੇ ਦੁੱਲੋ ਸਾਹਿਬ ਬਾਰੇ ਥੋੜ੍ਹਾ ਤੁਹਾਨੂੰ ਦੱਸ ਦਈਏ ਕਿ ਜਦੋਂ ਹੰਸਰਾਜ ਹੰਸ ਜੋ ਮਸ਼ਹੂਰ ਗਾਇਕ ਨੇ ਤੇ ਅੱਜ ਕੱਲ੍ਹ ਵਿਧਾਇਕ ਵੀ ਨੇ BJP ਵੱਲੋਂ, ਪਹਿਲਾਂ ਉਹ ਕਾਂਗਰਸ ਵਿੱਚ ਸੀ, ਤਾਂ ਕਿਸੇ ਵੇਲੇ ਹੰਸਰਾਜ ਹੰਸ ਸਾਹਿਬ ਦੇ ਖਿਲਾਫ ਵੀਟੋ ਕੀਤਾ ਸੀ ਦੁੱਲੋ ਸਾਹਿਬ ਨੇ।
ਤਾਂ ਪੰਜਾਬ ਦੇ ਅੰਦਰ ਹੰਸਰਾਜ ਹੰਸ ਸਾਹਿਬ ਨੂੰ ਕੋਈ ਅਹੁਦਾ ਨਹੀਂ ਮਿਲਿਆ ਸੀ। ਜਲੰਧਰ ਦੀ ਜਨਤਾ ਨੇ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ ਸੀ, ਪਰ ਬੀਜੇਪੀ ਵਿੱਚ ਜਾਣ ਤੋਂ ਬਾਅਦ ਦਿੱਲੀ ਵਿੱਚ ਉਹਨਾਂ ਨੂੰ ਪੰਜਾਬੀਆਂ ਨੇ ਤੇ ਦਿੱਲੀ ਦੇ ਭਾਈਚਾਰੇ ਨੇ ਉਹਨਾਂ ਨੂੰ ਆਪਣੀਆਂ ਸਾਰੀਆਂ ਵੋਟਾਂ ਦਿੱਤੀਆਂ, ਉਹਨਾਂ ਨੂੰ ਜਿਤਾਇਆ ਤੇ ਅੱਜ ਉਹ ਵਿਧਾਇਕ ਨੇ, ਬਹੁਤ ਵਧੀਆ ਉੱਥੇ ਕੰਮ ਕਰ ਰਹੇ ਨੇ। ਸੋ ਇਹ ਰਾਜਨੀਤੀ ਹੈ, ਕਿਹੜੇ ਪਾਸੇ ਕਦੋਂ ਬੈਠ ਜਾਏ, ਕਿਹੜੀ ਕਰਵਟ ਲੈ ਲਵੇ, ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ। ਤੇ ਬੀਜੇਪੀ ਵੱਲੋਂ ਜਿਹੜੀ ਸਟ੍ਰੈਟਜੀ ਖੇਡੀ ਜਾਣੀ ਹੈ ਕਿ ਅਮਿਤ ਸ਼ਾਹ ਜੀ ਤੇ ਨਾਲ ਦੀ ਨਾਲ ਮੋਦੀ ਸਾਹਿਬ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਫੇਰੀ ਪਾਉਣਗੇ ਤਾਂ ਚੋਣ ਪ੍ਰਚਾਰ ਕਰਨਗੇ, ਇਹ ਵੀ ਗੱਲ ਸਾਹਮਣੇ ਆ ਰਹੀ ਹੈ। ਸੋ ਕੁੱਲ ਮਿਲਾ ਕੇ ਇਹ ਸਾਰੇ ਨਤੀਜੇ ਸਾਨੂੰ ਇਹ ਦੱਸਦੇ ਨੇ ਕਿ ਕਿੱਦਾਂ ਪਾਰਟੀਆਂ ਦੇ ਅੰਦਰ ਆਪਣੀਆਂ ਕ੍ਰਾਈਸਿਸ ਨੇ ਤੇ ਕਿੱਦਾਂ ਸਾਰੇ ਜਾਣੇ ਮਿਲ ਕੇ ਇਸ ਵਕਤ ਦਲਿਤ ਭਾਈਚਾਰੇ ਦੀ ਸਾਰੀ ਵੋਟ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੇ ਨੇ। ਤਾਂ ਪਾਰਟੀ ਦੇ ਅੰਦਰ ਦੇ ਸੀਨ ਕੀ ਨੇ ਕਿ ਜਿਵੇਂ KP ਸਾਹਿਬ ਨੂੰ ਪਿਛਲੀ ਵਾਰ ਬੜੀ ਨਿਰਾਸ਼ਾ ਹੋਈ ਕਿ ਜਦੋਂ ਉਹ ਪਹੁੰਚ ਗਏ ਸੀ ਆਪਣਾ ਪੱਤਰ ਭਰਨ ਵਾਸਤੇ ਨਾਮਜ਼ਦਗੀ ਦਾ, ਤੇ ਉੱਥੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਦੇਖੋ ਮੇਰੇ ਨਾਲ ਧੋਖਾ ਕੀਤਾ ਕਾਂਗਰਸ ਨੇ, ਦੇਖੋ ਮੈਨੂੰ ਬੁਲਾ ਕੇ ਮੇਰੀ ਬੇਇੱਜ਼ਤੀ ਕੀਤੀ ਗਈ ਹੈ। ਪਰ ਹੁਣ ਜਦੋਂ ਰਾਹੁਲ ਗਾਂਧੀ ਸਾਹਿਬ ਪੰਜਾਬ ਵਿੱਚ ਆਏ ਤਾਂ ਅਸੀਂ ਦੇਖਿਆ ਕਿ ਸਾਰੇ ਇੰਪੋਰਟੈਂਟ ਚਿਹਰੇ ਜਦੋਂ ਸਟੇਜ ਤੇ ਮੌਜੂਦ ਨੇ ਤਾਂ ਇਹ ਵੀ ਸਟੇਜ ਦੇ ਉੱਤੇ ਬੈਠੇ ਨੇ। KP ਸਾਹਿਬ ਹੁਣ ਪ੍ਰਸ਼ਨ ਕਰਨ ਵਾਲੇ ਪੁੱਛਦੇ ਨੇ ਕਿ ਇਹ ਚੰਨੀ ਸਾਹਿਬ ਦੇ ਰਿਸ਼ਤੇਦਾਰ ਨੇ ਇਸ ਕਰਕੇ ਬੈਠੇ ਨੇ ਜਾਂ ਪਾਰਟੀ ਦੇ ਨੁਮਾਇੰਦੇ ਨੇ ਇਸ ਕਰਕੇ ਬੈਠੇ ਨੇ। ਖੈਰ ਮਾਹਿਰ ਮੰਨਦੇ ਨੇ ਕਿ ਸ਼ਾਇਦ KP ਸਾਹਿਬ ਵੀ ਇਸ ਇੰਤਜ਼ਾਰ 'ਚ ਨੇ ਕਿ ਉਹਨਾਂ ਨੂੰ ਵੀ ਕੋਈ ਨਾ ਕੋਈ ਅਹੁਦਾ ਮਿਲ ਜਾਏਗਾ, ਉਹਨਾਂ ਨੂੰ ਵੀ ਕੋਈ ਨਾ ਕੋਈ ਜ਼ਿੰਮੇਵਾਰੀ ਮਿਲ ਜਾਏਗੀ, ਕਿਉਂਕਿ ਸਾਰੀ ਉਮਰ ਕਾਂਗਰਸ ਨੂੰ ਦਿੱਤੀ ਹੈ ਤਾਂ ਇਸ ਉਮਰ ਵਿੱਚ ਆ ਕੇ ਕਾਂਗਰਸ ਨੂੰ ਛੱਡ ਦੇਣਾ, ਕਿਤੇ ਹੋਰ ਜਾਣਾ ਸਹੀ ਨਹੀਂ ਰਹੇਗਾ। ਪਤਾ ਨਹੀਂ ਹੋਰ ਜਾ ਕੇ ਇੰਨੀ ਇੱਜ਼ਤ ਮਿਲਣੀ ਵੀ ਹੈ ਕਿ ਨਹੀਂ ਮਿਲਣੀ, ਇਸ ਕਰਕੇ ਕੁਝ ਨਾ ਕੁਝ ਹਾਸਿਲ ਕਰਨ ਵਾਸਤੇ ਮੈਨੂੰ ਕਾਂਗਰਸ ਦੇ ਵਿੱਚ ਮੌਜੂਦ ਰਹਿਣਾ ਚਾਹੀਦਾ। ਸੋ ਇਹ ਸਟ੍ਰੈਟਜੀ ਜੋ ਦੁੱਲੋ ਸਾਹਿਬ ਨੇ ਸਾਰਿਆਂ ਦੇ ਸਾਹਮਣੇ ਬਿਆਨ ਕੀਤੀ ਹੈ ਕਿ ਜੋ ਕਾਂਗਰਸ ਦਾ ਇਸ ਵਕਤ ਟਿਕਟਸ ਵੰਡਣ ਦਾ ਸਾਰਾ ਰੁਝਾਨ ਰਿਹਾ, ਕਿਸ ਤਰ੍ਹਾਂ ਨਾਲ ਟਿਕਟਸ ਵੰਡੀ ਗਈ, ਪੁਰਾਣੇ ਜਿਹੜੇ ਟਕਸਾਲੀ ਨੇਤਾ ਨੇ ਕਾਂਗਰਸ ਦੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਕੁਝ ਇੰਪੋਰਟੈਂਟ ਚਿਹਰਿਆਂ ਨੂੰ ਦੇ ਦਿੱਤੀ ਗਈ ਟਿਕਟ। ਕਿਉਂ? ਕਿਉਂਕਿ ਉਹਨਾਂ ਨੂੰ ਲੱਗਾ ਹਾਈ ਕਮਾਨ ਨੂੰ ਕਿ ਸ਼ਾਇਦ ਇਹ ਇਲੈਕਸ਼ਨਸ ਦੇ ਵਿੱਚ ਖੂਬ ਵੋਟਾਂ ਖਿੱਚ ਸਕਣਗੇ। ਸੋ ਇਸ ਕਰਕੇ ਪੁਰਾਣੇ ਨੇਤਾ ਨਾਰਾਜ਼ ਵੀ ਹੋਏ ਨੇ ਕਿਉਂਕਿ ਟਿਕਟਸ ਨੂੰ ਲੈ ਕੇ ਕਾਂਗਰਸ ਦੇ ਅੰਦਰ ਅਸੀਂ ਦੇਖਦੇ ਹਾਂ ਕਨਫਿਊਜ਼ਨ ਚੱਲ ਰਿਹਾ ਹੈ ਤੇ ਕਿਤੇ ਨਾ ਕਿਤੇ ਮਾਹਿਰ ਇਹ ਵੀ ਮੰਨਦੇ ਨੇ ਕਿ ਕਾਂਗਰਸ ਜੋ ਹੈ ਸੈਲਫ ਡਿਸਟਰਕਟਿਵ ਮੋਡ ਦੇ ਵਿੱਚ ਹੈ ਤੇ ਜਿਹੜੇ ਆਗੂ ਨੇ ਸਟੇਟ ਲੈਵਲ ਦੇ ਕਾਂਗਰਸ ਦੇ ਉਹਨਾਂ ਦੀ ਆਪਸ ਦੇ ਵਿੱਚ ਕਿਤੇ ਨਾ ਕਿਤੇ ਨਹੀਂ ਬਣਦੀ। ਤਾਂ ਉਸ ਬਾਰੇ ਵੀ ਸਾਰੇ ਸਿਆਸੀ ਮਾਹਿਰਾਂ ਦੀ ਆਪਣੀ ਆਪਣੀ ਰਾਏ ਹੈ ਕਿ ਇਹ ਇਹਨਾਂ ਦਾ ਆਪਸੀ ਝਗੜਾ ਕਿਤੇ ਕਾਂਗਰਸ ਨੂੰ ਲੈ ਨਾ ਬੈਠੇ। ਤੇ ਉੱਤੋਂ ਹਾਈ ਕਮਾਨ ਵੱਲੋਂ ਵੀ ਕਈ ਸਿਆਸੀ ਮਾਹਿਰ ਮੰਨਦੇ ਨੇ ਕਿ ਕੁਝ ਐਸੇ ਡਿਸੀਜਨਸ ਲਿੱਤੇ ਜਾ ਰਹੇ ਨੇ ਕਿ ਜੋ ਸ਼ਾਇਦ ਅੱਗੇ ਜਾ ਕੇ ਮਹਿੰਗੇ ਪੈ ਸਕਦੇ ਨੇ ਕਾਂਗਰਸ ਨੂੰ ਪੰਜਾਬ ਦੀਆਂ ਚੋਣਾਂ ਦੇ ਵਿੱਚ। ਅਸੀਂ ਇਹ ਦੇਖਦੇ ਹਾਂ ਕਿ ਪਾਰਟੀਆਂ ਦੇ ਅੰਦਰ ਇੰਟਰਨਲ ਡੈਮੋਕ੍ਰੇਸੀ ਨਹੀਂ ਹੈ, ਜਿਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਡੈਮੋਕ੍ਰੈਟਿਕ ਦੇਸ਼ ਦੇ ਵਿੱਚ ਰਹਿੰਦੇ ਹੋਏ, ਲੋਕਤਾਂਤਰਿਕ ਦੇਸ਼ ਦੇ ਵਿੱਚ ਰਹਿੰਦੇ ਹੋਏ ਜੇ ਪਾਰਟੀਆਂ ਦੇ ਅੰਦਰ ਲੋਕਤੰਤਰ ਨਹੀਂ ਤਾਂ ਫਿਰ ਕਾਹਦੀ ਗੱਲ ਕੀਤੀ ਜਾਵੇ। ਸੋ ਜਿੱਥੇ ਅਸੀਂ ਚੰਨੀ ਸਾਹਿਬ ਦੀ ਗੱਲ ਕਰਦੇ ਹਾਂ, ਅਸੀਂ ਦੇਖਦੇ ਹਾਂ ਕਿ ਉਹ 2 ਸੀਟਾਂ ਤੋਂ ਲੜ ਰਹੇ ਨੇ ਤੇ ਨਾਲ ED ਦੇ ਛਾਪੇ ਵੀ ਪੈ ਰਹੇ ਨੇ ਜੋ ਕਿ ਉਹਨਾਂ ਦੇ ਇੱਕ ਰਿਸ਼ਤੇਦਾਰ ਨੂੰ ਕਾਬੂ ਕਰਕੇ ਬੈਠੀ ਹੋਈ ਹੈ। ਦੇਖੋ ਕਿਹੜੇ ਸਬੂਤ ਤੇ ਕਿਹੜੇ ਗਵਾਹ ਤੇ ਕੀ ਨਤੀਜੇ ਸਾਹਮਣੇ ਆਉਂਦੇ ਨੇ ਤੇ ਉਹਦਾ CM ਸਾਹਿਬ ਦੇ ਕੈਰੀਅਰ ਦੇ ਉੱਤੇ ਕੀ ਅਸਰ ਪੈਂਦਾ ਹੈ, ਵੋਟਿੰਗ ਦੇ ਉੱਤੇ ਕੀ ਅਸਰ ਪੈਂਦਾ ਹੈ। ਤੇ ਨਾਲ ਦੀ ਨਾਲ CM ਚੰਨੀ ਸਾਹਿਬ ਦਾ ਆਪਣਾ ਭਰਾ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਲੜਦਾ ਪਿਆ। ਸੋ ਇਹ ਸਾਰੇ ਸਮੀਕਰਨ ਵੀ ਸਾਹਮਣੇ ਆਉਂਦੇ ਨੇ ਤੇ ਮਾਹਿਰ ਮੰਨਦੇ ਨੇ ਕਿ ਕਾਂਗਰਸ ਨੂੰ ਕੋਈ ਐਸਾ ਫੇਸ ਨਹੀਂ ਮਿਲ ਰਿਹਾ ਜੋ ਚੋਣ ਪ੍ਰਚਾਰ ਕਰੇ ਉਹਨਾਂ ਦੇ ਹੱਕ ਦੇ ਵਿੱਚ। ਇਨ੍ਹਾਂ ਚੋਣਾਂ ਦੇ ਦੌਰਾਨ ਆਪਸੀ ਖਹਿਬਾਜ਼ੀ, ਆਪਸ ਦੇ ਵਿੱਚ ਝਗੜੇ, ਆਪਸ ਦੇ ਵਿੱਚ ਲਾਗਤਬਾਜ਼ੀ, ਇਹਨਾਂ ਨੂੰ ਇੱਕ ਵਾਰੀ ਇਹ ਵੀ ਨਹੀਂ ਸੋਚਣ ਦੀ ਲੋੜ ਮਹਿਸੂਸ ਹੋਈ ਕਿ ਜਿੱਥੇ ਸਿੱਧੂ ਸਾਹਿਬ ਕਾਫੀ ਜ਼ਿਆਦਾ ਅਗਰੈਸਿਵ ਰਹਿੰਦੇ ਨੇ ਪੰਜਾਬ ਦੇ ਅੰਦਰ ਤਾਂ ਕਿਉਂ ਨਾ UP ਤੇ ਉੱਤਰਾਖੰਡ ਦੇ ਵਿੱਚ ਵੀ ਉਹਨਾਂ ਨੂੰ ਇੱਕ ਸਟਾਰ ਪ੍ਰਚਾਰਕ ਦੇ ਤੌਰ ਤੇ ਉਤਾਰਿਆ ਜਾਵੇ। ਹਾਲਾਂਕਿ ਇਸ ਚੀਜ਼ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਹੁਣ ਸਿੱਧੂ ਸਾਹਿਬ ਸਿਰਫ ਪੰਜਾਬ ਦੀ ਰਾਜਨੀਤੀ ਤੱਕ ਮਹਿਦੂਦ ਨੇ, ਉੱਥੋਂ ਤੱਕ ਉਹਨਾਂ ਨੂੰ ਸੀਮਿਤ ਕਰ ਦਿੱਤਾ ਗਿਆ। ਉੱਤਰਾਖੰਡ ਦੇ ਵਿੱਚ, UP ਦੇ ਵਿੱਚ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾ ਕੇ ਨਹੀਂ ਭੇਜਿਆ ਜਾ ਰਿਹਾ। ਇਹ ਆਪਸੀ ਖਹਿਬਾਜ਼ੀ ਨੂੰ ਸਾਹਮਣੇ ਲੈ ਕੇ ਆਉਂਦਾ ਤੇ ਇੱਥੋਂ ਸਾਬਿਤ ਹੁੰਦਾ ਹੈ ਕਿ ਕਾਂਗਰਸ ਦੀ ਵੱਡੀ ਦੁਸ਼ਮਣ ਕਾਂਗਰਸ ਆਪ ਹੈ। ਸੈਲਫ ਡਿਸਟਰਕਟਿਵ ਮੋਡ। ਮਾਹਿਰ ਗਲਤ ਨਹੀਂ ਕਹਿ ਰਹੇ ਕਿਉਂਕਿ ਉਹ ਇਸ ਚੀਜ਼ ਨੂੰ ਸਮਝਦੇ ਨੇ। ਤੇ ਨਾਲ ਅਸੀਂ ਗੱਲ ਕਰਦੇ ਹਾਂ ਜਾਖੜ ਸਾਹਿਬ ਦੀ ਕਿਉਂਕਿ ਜਾਖੜ ਸਾਹਿਬ ਬਾਰੇ ਸ਼ਿਖਾਵਤ ਸਾਹਿਬ ਨੇ ਵੀ ਇਹ ਗੱਲ ਕਹੀ ਆ ਕਿ ਤੁਸੀਂ ਜ਼ਖਮੀ ਨੂੰ ਹੋਰ ਜ਼ਖਮੀ ਕਰਦੇ ਪਏ ਹੋ ਕਿਉਂਕਿ ਜਦੋਂ ਵੋਟਾਂ ਪਈਆਂ ਸੀ ਆਪਸੀ ਕਾਂਗਰਸ ਦੇ ਅੰਦਰ ਹੀ ਕਮੇਟੀ ਦੀਆਂ ਕਿ ਕਿਹਨੂੰ ਕੈਪਟਨ ਸਾਹਿਬ ਤੋਂ ਬਾਅਦ ਥਾਪਿਆ ਜਾਵੇ CM,
ਪੰਜਾਬ ਦਾ। ਸੋ ਉਦੋਂ ਜਾਖੜ ਸਾਹਿਬ ਨੂੰ ਸਭ ਤੋਂ ਜ਼ਿਆਦਾ ਵੋਟਾਂ ਪਈਆਂ ਸੀ, ਚੰਨੀ ਸਾਹਿਬ ਨੂੰ ਸਭ ਤੋਂ ਘੱਟ ਵੋਟਾਂ ਪਈਆਂ ਸੀ। ਪਰ ਉਸ ਵਕਤ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਖੇਡੀ ਗਈ। ਉਸ ਵਕਤ ਕਿਹਾ ਗਿਆ ਕਿ ਤੁਸੀਂ ਪੰਜਾਬ ਦੇ ਅੰਦਰ ਇੱਕ ਸਿੱਖ ਚਿਹਰੇ ਨੂੰ ਹੀ ਬਣਾ ਸਕਦੇ ਹੋ, ਇੱਕ CM ਦੇ ਰੂਪ ਦੇ ਵਿੱਚ ਸਾਹਮਣੇ ਲਿਆ ਸਕਦੇ ਹੋ। ਤਾਂ ਉਸ ਵਕਤ ਜਾਖੜ ਸਾਹਿਬ ਦਾ ਪੱਤਾ ਕੱਟਿਆ ਗਿਆ ਤਾਂ ਉਹਨਾਂ ਦੀ ਜਗ੍ਹਾ ਥਾਪਿਆ ਗਿਆ ਚੰਨੀ ਸਾਹਿਬ ਨੂੰ CM ਪੰਜਾਬ ਦਾ। ਤੇ ਨਾਲ ਦੀ ਨਾਲ ਮਾਹਿਰ ਇਹ ਮੰਨਦੇ ਨੇ ਕਿ ਅੰਦਰ ਖਾਤੇ ਸ਼ਾਇਦ ਸਿੱਧੂ ਸਾਹਿਬ ਨਾਲ ਵੀ ਇਹ ਸਮਝੌਤਾ ਹੋਇਆ ਕਿ ਫਿਲਹਾਲ ਕੰਮ ਚਲਾਉਣ ਵਾਸਤੇ ਚੰਨੀ ਸਾਹਿਬ ਨੂੰ ਆਪਾਂ CM ਬਣਾ ਦਿੰਦੇ ਹਾਂ, ਪਰ ਜਦੋਂ ਸਨ 2022 ਦੀਆਂ ਇਲੈਕਸ਼ਨ ਸਾਹਮਣੇ ਆਉਣਗੀਆਂ ਤੁਹਾਨੂੰ ਐਜ਼ ਫਰੈਸ਼ ਚਿਹਰਾ CM ਦਾ ਉਤਾਰਾਂਗੇ ਕਾਂਗਰਸ ਵੱਲੋਂ ਚੋਣਾਂ ਦੇ ਮੈਦਾਨ ਦੇ ਵਿੱਚ। ਪਰ ਉਹ ਵਾਅਦਾ ਵੀ ਪੂਰਾ ਨਹੀਂ ਹੋਇਆ। ਤਾਂ ਅਸੀਂ ਇਹ ਦੇਖਦੇ ਹਾਂ ਕਿ ਇਹ ਰਾਜਨੀਤੀ ਫਿਰ ਤੋਂ ਧਰਮਾਂ ਜ਼ਾਤਾਂ ਵੱਲ ਜਾ ਰਹੀ ਹੈ, ਕਿਉਂਕਿ ਫਿਰ ਉਹੀ ਦਲਿਤ ਭਾਈਚਾਰੇ ਦੀ ਵੋਟ ਨੂੰ ਆਪਣੇ ਵੱਲ ਭੁਨਾਉਣ ਦੀ ਸਾਰੀ ਤਿਆਰੀ ਕਾਂਗਰਸ ਕਰ ਰਹੀ ਆ। ਇਸ ਕਰਕੇ ਹੀ ਉਹਨਾਂ ਨੇ ਫਿਰ ਤੋਂ ਚੰਨੀ ਸਾਹਿਬ ਨੂੰ ਉਤਾਰਿਆ ਹੈ ਚੋਣਾਂ ਦੇ ਮੈਦਾਨ ਦੇ ਵਿੱਚ, ਸਨ 2022 ਦਾ ਚਿਹਰਾ CM ਦਾ। ਸੋ ਇਹ ਪੋਲਰਾਈਜੇਸ਼ਨ ਜੋ ਹੁੰਦੀ ਹੈ ਧਰਮ ਤੇ ਜ਼ਾਤਾਂ ਦੇ ਨਾਂ ਦੇ ਉੱਤੇ ਸਾਡੇ ਭਾਰਤ ਦੀ ਸਿਆਸਤ ਦੇ ਵਿੱਚ ਵੋਟਾਂ ਦੀ, ਇਹ ਸਿਰਫ BJP ਦੀ ਹੀ ਨਹੀਂ ਹੈ ਮਾਲਕੀਅਤ, ਇਹ ਬਾਕੀਆਂ ਦੀ ਵੀ ਮਾਲਕੀਅਤ ਹੈ, ਕਿਉਂਕਿ ਸਾਰੇ ਜਾਣੇ ਇਸ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਜਿੱਤਣ ਵਾਸਤੇ ਹਰ ਹੀਲਾ ਅਪਣਾਉਂਦੇ ਨੇ। ਸੋ ਇਹ ਸਾਰੀਆਂ ਪਾਰਟੀਆਂ ਇੱਕੋ ਹੀ ਕਿਸ਼ਤੀ ਦੀਆਂ ਸਵਾਰ ਨੇ। ਸੋ ਫਿਲਹਾਲ ਜੋ ਅਸੀਂ ਸਭ ਦੇਖਦੇ ਹਾਂ ਕਿ ਜਾਖੜ ਸਾਹਿਬ ਨੇ ਉਦੋਂ ਐਲਾਨ ਕੀਤਾ ਸੀ ਕਿ ਮੈਂ ਹੁਣ ਐਕਟਿਵ ਪੋਲਿਟਿਕਸ ਤੋਂ ਬਾਹਰ ਚਲੇ ਜਾਣਾ, ਮੈਂ ਹੁਣ ਐਕਟਿਵ ਪੋਲਿਟਿਕਸ ਦੇ ਵਿੱਚ ਬਿਲਕੁਲ ਨਹੀਂ ਰਹਿਣਾ। ਪਰ ਅਸੀਂ ਨਾਲ ਦੀ ਨਾਲ ਦੇਖਦੇ ਹਾਂ ਕਿ ਜਿਵੇਂ ਉਹ ਐਕਟਿਵ ਨੇ ਆਪਣੇ ਇਸ ਬਿਆਨ ਤੋਂ ਬਾਅਦ ਵੀ, ਜਿਵੇਂ ਸਰਗਰਮੀ ਦੇ ਨਾਲ ਪ੍ਰੈਸ ਕਾਨਫਰੰਸਿਸ ਕਰ ਰਹੇ ਨੇ, ਹੁਣ ਵੀ ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਆ ਤਾਂ ਉਹਦੇ ਵਿੱਚ ਸਾਰਿਆਂ ਦਾ ਧਿਆਨ ਹੈ ਕਿ ਸ਼ਾਇਦ ਉਹ ਕੋਈ ਅਜਿਹੀ ਗੱਲ ਕਹਿਣ ਜੋ ਪਾਰਟੀ ਦੇ ਖਿਲਾਫ ਹੋਵੇ, ਸ਼ਾਇਦ ਉਹ ਇੱਕ ਅਜਿਹੀ ਗੱਲ ਕਹਿਣ ਜੋ ਕਿਸੇ ਹੋਰ ਦੂਸਰੀ ਵਿਰੋਧੀ ਧਿਰ ਦੇ ਖਿਲਾਫ ਹੋਵੇ, ਸ਼ਾਇਦ ਉਹ ਆਪਣੇ ਕੁਲੀਗਸ ਦੇ ਖਿਲਾਫ ਵੀ ਕੋਈ ਗੱਲ ਕਹਿਣ। ਪਰ ਜਾਖੜ ਸਾਹਿਬ ਇੱਕ ਸੁਲਝੇ ਹੋਏ ਨੇਤਾ ਨੇ, ਉਮੀਦ ਨਹੀਂ ਕੀਤੀ ਜਾਂਦੀ ਕਿ ਉਹ ਕੋਈ ਐਸੀ ਗੱਲ ਕਰਨਗੇ। ਤਾਂ ਸਾਰਿਆਂ ਦਾ ਧਿਆਨ ਉਹਨਾਂ ਦੀਆਂ ਸਟੇਟਮੈਂਟਸ ਦੇ ਵੱਲ ਲੱਗਾ ਹੋਇਆ। ਸੋ ਸਾਰੀ ਦੀ ਸਾਰੀ ਖੇਡ ਇਸ ਵਕਤ ਸਿਆਸੀ ਇਹ ਮਗੀ ਹੋਈ ਹੈ ਕਿ ਜਿਹੜੀ ਧਿਰ, ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ ਕਾਂਗਰਸ, ਉਹਦੇ ਖਿਲਾਫ ਵੋਟ ਕਿਹੜੀ ਦੂਜੀ ਧਿਰ ਨੂੰ, ਕਿਹੜੀ ਵਿਰੋਧੀ ਧਿਰ ਨੂੰ ਭੁਗਤੇਗੀ। ਪੰਜਾਬ ਦੀ ਜਨਤਾ ਜੋ ਕਾਂਗਰਸ ਤੋਂ ਹੁਣ ਬਦਲਾਅ ਦਾ ਕੋਈ ਵੀ ਵਾਅਦਾ ਨਹੀਂ ਸਮਝਦੀ ਕਿ ਉਹ ਪੂਰਾ ਕਰ ਸਕੇਗੀ, ਉਹ ਹੁਣ ਬਦਲਾਅ ਦੇ ਰੂਪ ਦੇ ਵਿੱਚ ਕਿਸ ਨੂੰ ਵੇਖੇਗੀ। ਕਿਉਂਕਿ ਬਦਲਾਅ ਦੇ ਰੂਪ ਦੇ ਵਿੱਚ ਕਾਂਗਰਸ ਆਈ ਦੇ ਅੰਦਰ ਸਿਰਫ ਉਹ ਸਿੱਧੂ ਸਾਹਿਬ ਨੂੰ ਦੇਖ ਰਹੇ ਸੀ ਪੰਜਾਬ ਦੀ ਜਨਤਾ, ਪਰ ਹੁਣ ਸਿੱਧੂ ਸਾਹਿਬ ਹਾਸ਼ੀਏ ਤੇ ਨੇ ਤਾਂ ਦੇਖੋ ਫਿਰ ਹੁਣ ਪੰਜਾਬ ਦੀ ਜਨਤਾ ਕਿਹਨੂੰ ਲੈ ਕੇ ਆਉਂਦੀ ਹੈ ਸੱਤਾ ਦੇ ਵਿੱਚ। ਕੁਝ ਮਾਹਿਰ ਮੰਨਦੇ ਨੇ ਕਿ ਸ਼ਾਇਦ ਸਿਆਸੀ ਆਗੂਆਂ ਦੇ ਦਿਮਾਗ ਦੇ ਵਿੱਚ, ਸਿਆਸੀ ਪਾਰਟੀਆਂ ਦੇ ਦਿਮਾਗ ਦੇ ਵਿੱਚ ਇਹ ਵਿਚਾਰ ਚੱਲਦਾ ਕਿ ਕਿਉਂ ਨਾ ਧਰਮ ਦੇ ਨਾਂ ਦੇ ਉੱਤੇ ਰਿਜ਼ਰਵੇਸ਼ਨ ਕਰ ਦਿੱਤੀ ਜਾਏ, ਕਿਉਂਕਿ ਉਹ ਅਲੱਗ-ਅਲੱਗ ਸਮੇਂ ਦੇ ਵਿੱਚ ਇਹ ਸਮੀਕਰਨ ਬਣਦੇ ਦੇਖਦੇ ਨੇ ਕਿ ਕਿੱਦਾਂ ਪੋਲਰਾਈਜੇਸ਼ਨ ਦੀ ਰਾਜਨੀਤੀ ਖੇਡਦੀਆਂ ਨੇ ਇਹ ਸਿਆਸੀ ਪਾਰਟੀਆਂ। ਕਾਸ਼ੀ ਰਾਮ ਜੀ ਦਾ ਜ਼ਿਕਰ ਕਰਦੇ ਹੋਏ, ਕਿਉਂਕਿ ਉਹਨਾਂ ਨੇ ਦਲਿਤ ਭਾਈਚਾਰੇ ਵਾਸਤੇ ਬਹੁਤ ਕੰਮ ਕੀਤੇ ਨੇ, ਉਹ ਵੀ ਇਹ ਗੱਲ ਕਹਿੰਦੇ ਰਹੇ ਨੇ ਕਿ ਹਲੂਣਾ ਦੇਣਾ ਪੈਂਦਾ, ਜਗਾਉਣਾ ਪੈਂਦਾ, ਸੂਈਆਂ ਮਾਰਨੀਆਂ ਪੈਂਦੀਆਂ ਨੇ ਤਾਂ ਜਾ ਕੇ ਕੋਈ ਜਾਗਦਾ ਨੀਂਦ ਤੋਂ ਤੇ ਉਹਨੂੰ ਪਤਾ ਲੱਗਦਾ ਕਿ ਮੇਰੇ ਹੱਕ ਕੀ ਨੇ, ਮੇਰੇ ਫਰਜ਼ ਕੀ ਨੇ। ਤੇ ਉਹ ਦਲਿਤ ਭਾਈਚਾਰੇ ਵਾਸਤੇ ਇਹ ਵਿਚਾਰ ਰੱਖਦੇ ਨੇ ਕਿ ਇਹਨਾਂ ਨੂੰ ਵੀ ਹਲੂਣਾ ਦੇ ਕੇ ਜਗਾਉਣਾ ਪਏਗਾ, ਕਿਉਂਕਿ ਸੰਵਿਧਾਨ ਬਰਾਬਰ ਦੇ ਹੱਕ ਦਿੰਦਾ ਤੇ ਫਿਰ ਪਿੱਛੇ ਕਿਉਂ ਧੱਕ ਦਿੱਤਾ ਜਾਂਦਾ, ਇਹਨਾਂ ਨੂੰ ਹਾਸ਼ੀਏ ਤੇ ਕਿਉਂ ਧੱਕ ਦਿੱਤਾ ਜਾਂਦਾ। ਆਪਣੇ ਵਾਸਤੇ ਆਪ ਖੜਾ ਹੋਣਾ ਪੈਣਾ, ਆਪਣੀ ਮਦਦ ਆਪ ਕਰਨੀ ਪੈਣੀ ਆ। ਕਿਉਂਕਿ ਜਦੋਂ ਅਸੀਂ ਫਿਰ ਤੋਂ ਰੁਖ ਦੇਖਦੇ ਹਾਂ ਜਾਖੜ ਸਾਹਿਬ ਦਾ, ਜਾਖੜ ਸਾਹਿਬ ਦੇ ਅੰਦਰ ਇੱਕ ਟੀਸ ਹੈ, ਉਹੀ ਟੀਸ ਅਸੀਂ ਦੇਖਦੇ ਹਾਂ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਅੰਦਰ ਵੀ ਹੈ, ਕਿਉਂਕਿ ਉਹ ਵੀ ਕਿਸੇ ਵਕਤ ਮੁੱਖ ਮੰਤਰੀ ਹੋਣ ਦੇ ਦਾਅਵੇਦਾਰ ਰਹੇ ਨੇ। ਤੇ ਜਾਖੜ ਸਾਹਿਬ ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਗਰਾਈ ਮੂੰਹ ਤੱਕ ਆ ਗਈ ਉਹ ਮੂੰਹ ਦੇ ਅੰਦਰ ਨਹੀਂ ਜਾ ਸਕੀ। ਤਾਂ ਕਾਫੀ ਜ਼ਿਆਦਾ ਟੀਸ ਹੈ। ਕੈਪਟਨ ਸਾਹਿਬ ਦਾ ਵੀ ਇਹਦੇ ਅੰਦਰ ਇੱਕ ਖਾਸ ਰੋਲ ਰਿਹਾ ਜਦੋਂ ਤੱਕ ਉਹ ਕਾਂਗਰਸ ਦੇ ਅੰਦਰ ਬਣੇ ਰਹੇ ਨੇ, ਕਦੀ ਕਿਸੇ ਦੇ ਹੱਕ 'ਚ ਤੇ ਕਦੀ ਕਿਸੇ ਦੇ ਵਿਰੋਧ ਵਿੱਚ। ਤਾਂ ਇਹ ਸਾਰੇ ਸਮੀਕਰਨ ਵੀ ਉਦੋਂ ਬਣਦੇ ਰਹੇ ਤੇ ਟੁੱਟਦੇ ਰਹੇ। ਪਰ ਇਹ ਤੁਸੀਂ ਆਪ ਸੋਚੋ ਕਿ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦਾ ਕਿੰਨਾ ਕੁ ਮੌਕਾ ਮਿਲਦਾ। ਸਾਰਿਆਂ ਨੂੰ ਜ਼ਿੰਦਗੀ ਦੇ ਵਿੱਚ ਇੱਕੋ ਹੀ ਵਾਰ ਮੌਕਾ ਮਿਲਦਾ ਤੇ ਬਾਜਵਾ ਸਾਹਿਬ ਦੇ ਅੱਗੇ ਵੀ ਇਹ ਮੌਕਾ ਆਇਆ ਸੀ ਜਦੋਂ ਉਹ ਪ੍ਰਧਾਨ ਸੀਗੇ, ਤੇ ਜਾਖੜ ਸਾਹਿਬ ਦੇ ਅੱਗੇ ਵੀ ਇਹ ਮੌਕਾ ਆਇਆ ਜਦੋਂ ਉਹ ਪ੍ਰਧਾਨ ਸੀ। ਪਰ ਦੋਵਾਂ ਦੇ ਹੱਥੋਂ ਮੌਕਾ ਖੁੰਝ ਗਿਆ ਤੇ ਦੋਵਾਂ ਦੇ ਅੰਦਰ ਟੀਸ ਹੈ। ਖੈਰ ਫਿਰ ਵੀ ਆਪਣੀ ਟੀਮ ਦੇ ਵਿੱਚ, ਆਪਣੀ ਪਾਰਟੀ ਦੇ ਵਿੱਚ ਬਣੇ ਹੋਏ ਨੇ ਤੇ ਆਪਣੇ ਫਰਜ਼ ਅਦਾ ਕਰ ਰਹੇ ਨੇ। ਤਾਂ ਇਹ ਟੀਮ ਜੋ ਹੈ ਕਾਂਗਰਸ ਦੀ, ਇਸ ਨੂੰ ਪੰਜਾਬ ਦੀ ਜਨਤਾ ਇਸ ਵਾਰ ਐਕਸੈਪਟ ਕਿਉਂ ਨਹੀਂ ਕਰੇਗੀ? ਕਿਉਂਕਿ ਕੈਪਟਨ ਸਾਹਿਬ ਵੇਲੇ ਵੀ ਇਹੀਓ ਟੀਮ ਸੀ, ਕੰਮ ਨਹੀਂ ਕੀਤਾ।
111 ਦਿਨ ਜਦੋਂ ਚੰਨੀ ਸਾਹਿਬ ਨੂੰ ਮਿਲੇ ਉਦੋਂ ਵੀ ਇਹੀਓ ਟੀਮ ਹੈ। ਕਿੰਨੇ ਕੰਮ ਹੋਏ ਨੇ ਸਾਡੇ ਸਾਰਿਆਂ ਦੇ ਸਾਹਮਣੇ ਨੇ, ਤੇ ਅੱਗੇ ਵੀ ਇਹੀਓ ਟੀਮ ਖੜੀ ਹੈ। ਇਲੈਕਸ਼ਨਸ ਦੇ ਵਿੱਚ ਕੰਮ ਕਿਵੇਂ ਕਰੇਗੀ ਇਹ ਵੀ ਲੋਕ ਸੋਚਦੇ ਨੇ। ਸੋ ਦੇਖੋ ਕਾਂਗਰਸ ਦਾ ਕੀ ਬਣਦਾ। ਪਰ ਆਪਾਂ ਅੱਗੇ ਚੱਲਦੇ ਹਾਂ ਕਿ ਅਕਾਲੀ ਦਲ ਤੇ ਬੀਜੇਪੀ, ਕਿਉਂਕਿ ਇਹਨਾਂ ਬਾਰੇ ਕਿਹਾ ਜਾਂਦਾ ਕਿ ਲੋੜ ਪੈਣ ਤੇ ਸ਼ਾਇਦ ਇਹ ਪੁਰਾਣਾ ਪਿਆਰ ਫੇਰ ਜਾਗ ਪਵੇ, ਫਿਰ ਤੋਂ ਜੱਫੀ ਪੈ ਜਾਵੇ, ਫਿਰ ਤੋਂ ਸਮੀਕਰਨ ਬਣ ਜਾਣ, ਸਰਕਾਰ ਬਣਾਉਣ ਵਾਸਤੇ ਅੱਗੇ ਆ ਜਾਣ। ਤੇ ਨਾਲ ਦੀ ਨਾਲ ਅਸੀਂ ਇਹ ਵੀ ਦੇਖਦੇ ਪਏ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਨੇ ਇੱਕ ਮਾਸਟਰ ਸਟ੍ਰੋਕ ਖੇਡਿਆ ਜਦੋਂ ਬੀਐਸਪੀ ਨਾਲ ਗੱਠਜੋੜ ਕੀਤਾ। ਉਹੀ ਕਿਹੜੀ ਗੱਲ, ਦਲਿਤ ਵਰਗ ਦੀ ਵੋਟ ਲੈਣ ਵਾਸਤੇ ਇਹ ਗੱਠਜੋੜ ਕੀਤਾ ਗਿਆ। ਇਹ ਮਾਸਟਰ ਸਟ੍ਰੋਕ ਹੈ। ਹੁਣ ਦੇਖੋ ਇਹਦੇ ਵਿੱਚ ਕਿੰਨੀ ਕਾਮਯਾਬੀ ਮਿਲਦੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਬੀਐਸਪੀ ਨੂੰ, ਇਹ ਵੀ ਵਕਤ ਦੱਸੇਗਾ। ਸੋ ਸਿਆਸੀ ਸਮੀਕਰਨ ਨੇ ਸੱਤਾ ਵਿੱਚ ਆਉਣ ਵਾਸਤੇ ਕਿਸੇ ਵੀ ਤਰ੍ਹਾਂ ਦੀ ਅਸੀਂ ਕੋਈ ਵੀ ਖੇਡ ਸਕਦੇ ਹਾਂ। ਤੇ ਆਪ ਨੂੰ, ਆਮ ਆਦਮੀ ਪਾਰਟੀ ਨੂੰ ਕਿਸੇ ਵਕਤ ਕਿਹਾ ਜਾਂਦਾ ਸੀ ਕਿ ਇਹ ਬੀਜੇਪੀ ਦੀ ਬੀ ਪਾਰਟੀ ਹੈ, ਕਿਉਂਕਿ ਇਹਦੇ ਉੱਤੇ ਇੱਕ ਇਲਜ਼ਾਮ ਇਹ ਵੀ ਲੱਗਦਾ ਹੈ ਕਿ ਜੋ ਆਰਐਸਐਸ ਦੇ ਗੋਬਿੰਦਾਚਾਰਿਆ ਨੇ, ਕਿਸੇ ਵਕਤ ਕੇਜਰੀਵਾਲ ਸਾਹਿਬ ਦੇ ਨਾਲ ਉਹਨਾਂ ਦੇ ਬੜੇ ਵਧੀਆ ਰਿਲੇਸ਼ਨਸ ਰਹੇ ਨੇ ਤੇ ਬੈਠ ਕੇ ਗੱਲਬਾਤ ਵੀ ਕਰਦੇ ਸੀਗੇ ਕਿਵੇਂ ਸੰਘ ਦੀ, ਆਰਐਸਐਸ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਅੱਗੇ ਵਧਾਉਣਾ ਹੈ, ਕਿਉਂਕਿ ਉਹ ਉਹਦਾ ਕਾਫੀ ਪ੍ਰਚਾਰ ਕਰਦੇ ਰਹੇ, ਕਾਫੀ ਪ੍ਰਸਾਰ ਕਰਦੇ ਰਹੇ। ਤੇ ਕਿਸੇ ਵਕਤ ਇਹ ਵੀ ਇਲਜ਼ਾਮ ਲੱਗਦੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਕਿ ਬਜਰੰਗ ਦਲ ਨੇ ਵੀ ਕੇਜਰੀਵਾਲ ਸਾਹਿਬ ਨੂੰ ਸਪੋਰਟ ਕੀਤਾ। ਤੇ ਹੁਣ ਉਹਨਾਂ ਦੀ ਪਤਨੀ ਜਦੋਂ ਆ ਰਹੇ ਨੇ ਕੇਜਰੀਵਾਲ ਸਾਹਿਬ ਦੇ ਪੰਜਾਬ ਦੇ ਵਿੱਚ, ਤਾਂ ਇਹ ਸਵਾਲ ਉਹਨਾਂ ਨੂੰ ਪੁੱਛਿਆ ਜਾ ਸਕਦਾ ਹੈ ਸਿਆਸੀ ਆਗੂਆਂ ਵੱਲੋਂ। ਤੇ ਪ੍ਰੈਸ ਕਾਨਫਰੰਸ ਵਿੱਚ ਜੋ ਪੱਤਰਕਾਰ ਭਾਈਚਾਰਾ ਹੈ ਉਹ ਵੀ ਇਹ ਸਵਾਲ ਪੁੱਛ ਸਕਦਾ ਹੈ। ਤੇ ਅਸੀਂ ਕਿਤੇ ਨਾ ਕਿਤੇ ਦੇਖਦੇ ਹਾਂ ਕਿ ਕੇਜਰੀਵਾਲ ਸਾਹਿਬ ਜਿਸ ਤਰ੍ਹਾਂ ਪਹਿਲਾਂ ਅਗਰੈਸਿਵ ਹੁੰਦੇ ਸੀ ਬੀਜੇਪੀ ਨੂੰ ਲੈ ਕੇ, ਹੁਣ ਸ਼ਾਂਤ ਨੇ। ਉਹ ਅਗਰੈਸਿਵਨੈਸ ਨਹੀਂ, ਕਿਉਂਕਿ ਅੱਧੀ ਸਟੇਟ ਹੈ ਨਾ ਉਹਨਾਂ ਕੋਲ ਦਿੱਲੀ ਵਿੱਚ, ਤੇ ਪੂਰੀ ਦੀ ਪੂਰੀ ਪਾਵਰ ਤੇ ਕੇਂਦਰ ਕੋਲ ਹੈ। ਤਾਂ ਸੱਤਾ ਦੇ ਵਿੱਚ ਉਹ ਉਹਨੇ ਜ਼ਬਰਦਸਤ ਨਹੀਂ ਜਿੰਨੀ ਜ਼ਬਰਦਸਤ ਕੇਂਦਰ ਸਰਕਾਰ ਹੈ। ਤਾਂ ਡਰ ਕੇ ਚੱਲਣਾ ਪੈਂਦਾ। ਸ਼ਿਕੰਜਾ ਪਹਿਲਾਂ ਵੀ ਕੱਸਿਆ ਗਿਆ ਤੇ ਸ਼ਿਕੰਜਾ ਫਿਰ ਵੀ ਕੱਸਿਆ ਜਾ ਸਕਦਾ। ਇਸ ਕਰਕੇ ਕੇਜਰੀਵਾਲ ਸਾਹਿਬ ਵੀ ਸੰਭਲ ਕੇ ਚੱਲਣਾ ਚਾਹੁੰਦੇ ਨੇ ਤੇ ਨਾਲ ਦੇ ਨਾਲ ਉਹ ਪੰਜਾਬ ਦੀ ਸਿਆਸਤ ਵਿੱਚ ਵੀ ਖੇਡ ਖੇਡਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਮੈਂ ਸੰਨ 2024 ਦੇ ਵਿੱਚ ਕੇਂਦਰ ਵਿੱਚ ਸਥਾਪਿਤ ਹੋਣਾ ਚਾਹੁੰਦਾ ਤੇ ਮੈਨੂੰ ਇੱਕ ਸਟੇਟ ਚਾਹੀਦੀ ਹੈ ਜਿਹਦਾ ਮੈਂ ਇੱਕ ਮਾਡਲ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕਾਂ। ਚਾਹੇ ਉਹ ਪੰਜਾਬ ਵਿੱਚ ਮਿਲ ਜਾਏ, ਚਾਹੇ ਉਹ ਗੋਆ ਦੇ ਵਿੱਚ ਮਿਲ ਜਾਏ, ਪਰ ਇੱਕ ਮਾਡਲ ਲੋਕਾਂ ਦੇ ਸਾਹਮਣੇ ਰੱਖਣਾ ਪੈਣਾ ਮੈਨੂੰ, ਜੋ ਮੇਰੀ ਕਾਬਲੀਅਤ ਲੋਕਾਂ ਨੂੰ ਦੱਸੇਗਾ ਤੇ ਮੈਨੂੰ ਉਹ ਕੇਂਦਰ ਦੇ ਵਿੱਚ ਸਥਾਪਿਤ ਕਰ ਸਕਦੇ ਨੇ 2024 ਦੇ ਵਿੱਚ। ਸੋ ਇਹ ਸਾਰੀਆਂ ਖੇਡਾਂ, ਇਹ ਸਾਰੇ ਸਮੀਕਰਨ ਨੇ। ਫਿਲਹਾਲ ਉਹਨਾਂ ਦਾ ਜੋ ਧਿਆਨ ਪੰਜਾਬ ਵੱਲ ਲੱਗਾ ਹੋਇਆ ਤੇ ਉਹ ਆਪਣੀ ਖੇਡਦੇ ਪਏ ਨੇ ਔਰ ਪ੍ਰਚਾਰ ਚੱਲਦਾ ਪਿਆ। ਜਿੱਥੇ ਆਪ ਵੀ ਗੇੜੀ ਲਗਾ ਰਹੇ ਨੇ, ਆਪ ਵੀ ਵਾਅਦੇ ਕਰ ਰਹੇ ਨੇ, ਐਲਾਨ ਕਰ ਰਹੇ ਨੇ। ਖੈਰ 10 ਤਰੀਕ ਤੋਂ ਬਾਅਦ ਤਾਂ ਸਭ ਦੇ ਉੱਤੇ ਇੱਕ ਬੈਨ ਹੈ, ਸਭ ਦੇ ਉੱਤੇ ਇੱਕ ਸਟਾਪ, ਸਭ ਦੇ ਉੱਤੇ ਇੱਕ ਰੋਕ ਲਗਾ ਦਿੱਤੀ ਗਈ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਹੁਣ ਕਿਸੇ ਵੀ ਤਰ੍ਹਾਂ ਦੇ ਕੋਈ ਸਮੀਕਰਨ ਇਸ ਤਰ੍ਹਾਂ ਨਹੀਂ ਦਿੱਤੇ ਜਾਣਗੇ ਕਿ ਸਰਵੇ ਕੀ ਕਹਿੰਦਾ ਹੈ ਤੇ ਮੈਂ ਕੀ ਕਹਿਣਾ ਤੇ ਤੂੰ ਕੀ ਕਹਿਣਾ, ਕਿਉਂਕਿ ਕਿਸੇ ਵੀ ਚੀਜ਼ ਦਾ ਪ੍ਰਭਾਵ ਪੈ ਸਕਦਾ ਚੋਣਾਂ ਦੇ ਉੱਤੇ, ਵੋਟ ਬੈਂਕ ਦੇ ਉੱਤੇ। ਇਸ ਕਰਕੇ ਇਲੈਕਸ਼ਨ ਕਮਿਸ਼ਨ ਵੀ ਬੜਾ ਸਟ੍ਰਿਕਟ ਹੋ ਕੇ, ਬੜਾ ਸਤਰਕ ਹੋ ਕੇ ਚੱਲ ਰਿਹਾ। ਤਾਂ ਹੁਣ ਇਹ ਸਾਰੀ ਜੋ ਆਰੋਪ ਲੱਗ ਰਹੇ ਨੇ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣ ਦਾ ਜੋ ਕਾਰਜ ਚੱਲ ਰਿਹਾ, ਇਹਦੇ ਉੱਤੇ ਕੁਝ ਰੋਕ ਲੱਗੀ ਹੋਈ ਹੈ, ਕਿਉਂਕਿ ਜਿਵੇਂ ਪੰਜਾਬੀ ਕਹਿੰਦੇ ਨੇ ਕਿ ਕੁੱਕੜ ਖੇ ਉਡਾਈ ਆਪਣੇ ਸਿਰ ਪਾਈ, ਉਹ ਵਾਲੀ ਗੱਲ ਸਾਹਮਣੇ ਆ ਰਹੀ ਹੈ। ਤਾਂ ਉਸ ਤੋਂ ਬਈ ਸਾਨੂੰ ਸਾਰਿਆਂ ਨੂੰ ਨਿਜਾਤ ਚਾਹੀਦੀ ਆ। ਇਹਨੂੰ ਸਟਾਪ ਕਰੋ ਤੇ ਇੱਕ ਭ੍ਰਸ਼ਟਾਚਾਰ ਤੋਂ ਬਿਨਾਂ ਸਾਫ ਸੁਥਰਾ ਪ੍ਰਸ਼ਾਸਨ, ਭ੍ਰਸ਼ਟਾਚਾਰ ਰਹਿਤ, ਜਿਹਦੇ 'ਚ ਕੋਈ ਕਰਪਸ਼ਨ ਨਹੀਂ, ਸਿਸਟਮ ਦੇ ਵਿੱਚ ਕੋਈ ਕਰਪਸ਼ਨ ਨਹੀਂ, ਇੱਕ ਬਿਲਕੁਲ ਸਾਫ ਸੁਥਰਾ ਪ੍ਰਸ਼ਾਸਨ, ਸਾਫ ਸੁਥਰੀ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇ, ਪੰਜਾਬੀ ਸੂਬੇ ਨੂੰ ਦਿੱਤੀ ਜਾਵੇ, ਪੰਜਾਬ ਦੀ ਰਿਆਸਤ ਨੂੰ, ਪੰਜਾਬ ਦੀ ਸਿਆਸਤ ਨੂੰ, ਪੰਜਾਬ ਦੀ ਜਨਤਾ ਨੂੰ ਦਿੱਤੀ ਜਾਵੇ। ਉਹਦੇ ਵਾਸਤੇ ਪੰਜਾਬ ਦੀ ਜਨਤਾ ਨੂੰ ਆਪ ਹੀ ਤਿਆਰੀ ਕਰਨੀ ਪਏਗੀ। ਤਾਂ ਗੱਲ ਘੁੰਮ ਕੇ ਫਿਰ ਉੱਥੇ ਆ ਜਾਂਦੀ ਹੈ ਜਿੱਥੋਂ ਆਪਾਂ ਸ਼ੁਰੂ ਕੀਤੀ ਕਿ ਪੰਜਾਬ ਦੀ ਜਨਤਾ ਨੂੰ ਬੀੜਾ ਚੁੱਕਣਾ ਪਏਗਾ, ਪੰਜਾਬ ਦੀ ਜਨਤਾ ਨੂੰ ਜ਼ਿੰਮੇਵਾਰੀ ਸਾਂਭਣੀ ਪਏਗੀ ਤੇ ਆਪਣੇ ਪੰਜਾਬ ਨੂੰ, ਆਪਣੀ ਰਿਆਸਤ ਨੂੰ ਇੱਕ ਨਵੀਂ ਦਸ਼ਾ ਤੇ ਇੱਕ ਨਵੀਂ ਦਿਸ਼ਾ ਦੇਣੀ ਪਏਗੀ। ਸਾਨੂੰ ਖੁਸ਼ੀ ਹੈ ਕਿ ਤੁਸੀਂ ਮੁੱਦਾ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।